ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਵਿਸ਼ੇਸ਼ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਅੱਜ ਤੁਹਾਡਾ ਸਵਾਗਤ ਹੈ। ਅਮਰੀਕੀ ਚੋਣਾਂ ਦੇ ਨਤੀਜੇ ਕੁਝ ਦੇਰ ਬਾਅਦ ਆਉਣ ਵਾਲੇ ਨੇ। ਡੋਨਲਡ ਟਰੰਪ ਜਾਂ ਜੋ ਬਾਈਡਨ ਵਾਈਟ ਹਾਊਸ ਤੇ ਕਿਸ ਦਾ ਰਾਜ ਹੋਊਗਾ, ਇਹਦਾ ਹਜੇ ਭੇਤ ਬਰਕਰਾਰ ਹੈ। ਦੋਹਾਂ ਦੇ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ। ਪਰ ਹਿੰਦੁਸਤਾਨ ਤੇ ਦੁਨੀਆ ਦੇ ਵਿੱਚ ਅਮਰੀਕੀ ਚੋਣਾਂ ਦੀ ਕੀ ਮਹੱਤਤਾ ਹੈ ਤੇ ਇਹਦਾ ਕੀ ਪ੍ਰਭਾਵ ਪਊਗਾ, ਇਸ ਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਮੇਰੇ ਨਾਲ ਚਰਚਾ ਵਿੱਚ ਨੇ ਸਾਡੇ ਸੀਨੀਅਰ ਸਾਥੀ ਸਰਦਾਰ ਹਮੀਰ ਸਿੰਘ। ਹਮੀਰ ਸਿੰਘ ਜੀ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ, ਕਿਉਂਕਿ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੀ ਚੋਣ ਦੇ, ਪਾਰਲੀਮੈਂਟ ਚੋਣ, ਵਿਧਾਨ ਸਭਾ ਚੋਣ, ਉਹਦੇ ਵੱਖੋ ਵੱਖਰੇ ਤੌਰ ਤਰੀਕੇ ਨੇ। ਅਮਰੀਕੀ ਚੋਣਾਂ ਨੇ ਜਿਹੜੀਆਂ, ਉਹਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਵੱਖਰੀ ਮੰਨੀ ਜਾਂਦੀ ਹੈ। ਪ੍ਰੈਜ਼ੀਡੈਂਟਸ਼ਿਪ ਇਲੈਕਸ਼ਨ ਹੈ ਤੇ ਇਹਦੇ ਕਿਸ ਤਰ੍ਹਾਂ ਦੀ ਚੋਣ ਪ੍ਰਣਾਲੀ ਹੈ, ਕਿਵੇਂ ਚੁਣੇ ਜਾਂਦੇ ਨੇ, ਕਿਸ ਤਰ੍ਹਾਂ ਐਮਪੀ ਜਾਂ ਸੈਨੇਟ ਮੈਂਬਰ ਹੁੰਦੇ ਨੇ, ਉਹਦੇ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ। ਬਿਲਕੁਲ, ਜਿਵੇਂ ਭਾਰਤ ਦੇ ਵਿੱਚ ਸਾਡੇ ਪਾਰਲੀਮੈਂਟਰੀ ਸੈਟਅਪ ਸਿਸਟਮ ਹੈ ਕਿ ਅਲੱਗ-ਅਲੱਗ ਬੰਦੇ ਖੜੇ ਹੁੰਦੇ ਨੇ, ਡਾਇਰੈਕਟ ਵੋਟ ਪੈਂਦੀ ਹੈ, ਜਿਹਨੂੰ ਬਹੁਗਿਣਤੀ ਮਿਲ ਗਈ ਉਹ ਜਿੱਤ ਜਾਂਦਾ, ਚਾਹੇ ਜਿੰਨੀਆਂ ਕੁ ਮਰਜ਼ੀ ਵੋਟਾਂ ਬਹੁਗਿਣਤੀ 'ਚ ਮਿਲ ਜਾਣ। ਜੇ ਸਾਰੇ ਬਾਈਕਾਟ ਵੀ ਕਰ ਦੇਣ, ਚਾਹੇ 5-7 ਵੋਟਾਂ ਵੀ ਮਿਲ ਜਾਣ, ਤਾਂ ਵੀ ਬੰਦਾ ਬਣ ਜਾਂਦਾ, ਵਿਧਾਨ ਸਭਾ ਦੇ ਵਿੱਚ ਵੀ ਅਤੇ ਪਾਰਲੀਮੈਂਟ 'ਚ ਵੀ। ਅਮਰੀਕਾ 'ਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਪ੍ਰਧਾਨਗੀ ਸ਼ਾਸਨ ਪ੍ਰਣਾਲੀ ਜਿਹਨੂੰ ਕਹਿੰਦੇ ਆ, ਅਤੇ ਉੱਥੇ ਵੀ ਡਾਇਰੈਕਟ ਚੋਣ ਰਾਸ਼ਟਰਪਤੀ ਦੀ ਸਿੱਧੇ ਤੌਰ 'ਤੇ ਹੁੰਦੀ ਹੈ। ਪਰ ਉੱਥੇ ਦੋ ਤਰ੍ਹਾਂ ਦਾ ਤਰੀਕਾ ਹੈ ਜਿਹੜਾ ਸਾਡੇ ਮੰਗਣੀ। ਇੱਕ ਤਾਂ ਲੋਕ ਸਿੱਧੇ ਵੀ ਵੋਟ ਕਰਦੇ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਦੂਜਾ, ਉੱਥੇ ਇੱਕ ਇਲੈਕਟੋਰਲ ਕਾਲਜ ਕਹਿੰਦੇ ਨੇ ਉਹਨੂੰ, ਜਿਹਦੇ ਵਿੱਚ ਵੱਖ-ਵੱਖ ਸਟੇਟਾਂ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਕਿੰਨੇ ਡੈਲੀਗੇਟ ਚੁਣੇ ਜਾਂਦੇ ਨੇ, ਜੇ ਆਪਾਂ ਆਮ ਭਾਸ਼ਾ 'ਚ ਕਹੀਏ ਉਹਨਾਂ ਨੂੰ, ਇਲੈਕਟੋਰਲ ਕਾਲਜ ਦੇ। ਔਰ ਉਹ ਡੈਲੀਗੇਟ ਫੈਸਲਾ ਇਹ ਕਰਦੇ ਨੇ ਕਿ ਉਹਨਾਂ ਨੇ ਵੀ ਵੋਟ ਦੇਣੀ ਹੁੰਦੀ ਹੈ। 538 ਡੈਲੀਗੇਟ ਚੁਣੇ ਜਾਂਦੇ ਨੇ ਅਲੱਗ-ਅਲੱਗ ਸੂਬਿਆਂ ਦੀ ਆਬਾਦੀ ਦੇ ਲਿਹਾਜ਼ ਨਾਲ। ਕਿਤੋਂ 50 ਨੇ, ਕਿਤੋਂ 20 ਨੇ, ਕਿਤੋਂ 6 ਨੇ, ਕਿਤੇ 2 ਨੇ, ਕਿਤੇ 9 ਨੇ। ਅਲੱਗ-ਅਲੱਗ 50 ਸਟੇਟਾਂ ਨੇ ਜਿਹੜੀਆਂ ਅਮਰੀਕਾ ਦੀਆਂ। ਔਰ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਪਾਪੂਲਰ ਵੋਟ, ਸਿੱਧੀ ਵੋਟ ਜਿੰਨੀ ਮਰਜ਼ੀ ਪੈਂਦੀ ਹੈ ਕਿਸੇ ਨੂੰ, ਅਤੇ ਜਿੱਧਰ ਉਹ ਵੋਟਾਂ ਵੱਧ ਜਾਣਗੀਆਂ ਜਿਹੜੀਆਂ, ਜਿਹਨੂੰ ਇਲੈਕਟੋਰਲ ਕਾਲਜ ਕਹਿੰਦੇ ਆ, ਉਹ ਪ੍ਰੈਜ਼ੀਡੈਂਟ ਬਣਦਾ। ਜਿਵੇਂ ਟਰੰਪ ਪਿਛਲੇ ਵਾਰ ਵੀ ਹਿਲੇਰੀ ਕਲਿੰਟਨ ਤੋਂ ਸਿੱਧੀ ਵੋਟ, ਜਨਤਕ ਵੋਟ ਜਿਹੜੀ ਆ ਉਹ ਘੱਟ ਪਈ ਸੀ ਟਰੰਪ ਨੂੰ, ਪਰ ਉਹ ਦੂਜੀ ਵੋਟ ਨਾਲ ਜਿੱਤ ਗਿਆ ਸੀ। ਉਹ 538 ਡੈਲੀਗੇਟਾਂ ਦੀ ਵੋਟ ਹੁੰਦੀ ਹੈ। ਔਰ ਅਗਲੀ ਗੱਲ ਇਹ ਹੈ ਕਿ ਉਹਦੇ 'ਚ ਦਿਲਚਸਪ ਗੱਲ ਕਿ ਹਰ ਸੂਬੇ ਦੇ ਵਿੱਚ ਜਿਹੜੇ ਮਤਲਬ ਪ੍ਰੈਜ਼ੀਡੈਂਟ ਨੂੰ ਬਹੁਗਿਣਤੀ ਵੋਟ ਪੈ ਗਈ ਸੂਬੇ ਦੇ ਲਿਹਾਜ਼ ਦੇ ਨਾਲ, ਉਹ ਸੂਬੇ ਦੇ ਡੈਲੀਗੇਟਾਂ ਦੀਆਂ ਸਾਰੀਆਂ ਵੋਟਾਂ ਹੀ ਉਸ ਦੇ ਪੱਖ 'ਚ ਚਲੀਆਂ ਜਾਂਦੀਆਂ ਨੇ। ਅਤੇ ਜਿਵੇਂ ਮੰਨ ਲਓ 50 ਹੈਗੀਆਂ ਨੇ ਡੈਲੀਗੇਟ ਨੇ, ਅਤੇ ਇੱਕ ਨੂੰ ਪੈ ਗਈਆਂ 50%, ਦੂਜੇ ਨੂੰ 49 ਰਹਿ ਗਈਆਂ, ਜਾਂ ਇੱਕ ਨੂੰ 10,000 ਵੋਟ ਪੈ ਗਈ, ਦੂਜੇ ਨੂੰ 9,000 ਰਹਿ ਗਈ, ਤਾਂ 10,000 ਵਾਲੇ ਦੇ ਪੱਖ 'ਚ ਸਾਰੀਆਂ ਵੋਟਾਂ ਚਲੀਆਂ ਜਾਣਗੀਆਂ ਉਸ ਸੂਬੇ ਦੀਆਂ। ਮਤਲਬ ਇਹ ਨਹੀਂ ਹੋਏਗਾ ਕਿ 9,000 ਰੁਪਈਆ ਇਹਦੀਆਂ ਇੰਨੀਆਂ ਉਧਰ ਵਗ ਜਾਣ, ਇੰਨੀਆਂ ਉਧਰ, ਐਵੇਂ ਨਹੀਂ ਹੈ। ਅਤੇ ਇਹ ਇੱਕ ਦਿਲਚਸਪ ਗੱਲ ਹੈ। ਫਿਰ ਕਈ ਵਾਰ ਕਦੇ ਇਹ ਹੋ ਜਾਂਦਾ ਹੈ ਕਿ ਜਿਹੜੀਆਂ ਵੱਡੀਆਂ ਸਟੇਟਾਂ ਨੇ, ਉਹਨਾਂ ਦੇ 'ਚ ਜਿਹੜਾ ਬੰਦਾ ਜਿੱਤਦਾ ਉਹ ਦੱਬ ਕੇ ਲੈ ਜਾਂਦਾ ਕੰਮ ਛੋਟੀਆਂ ਸਟੇਟਾਂ ਨਾਲੋਂ। ਜੇ ਤੁਸੀਂ ਹੁਣ ਵੀ ਮਤਲਬ ਓਵਰਆਲ ਨਕਸ਼ਾ ਤੁਸੀਂ ਦੇਖਦੇ ਹੋ ਉਹਦਾ, ਕਿਤੇ ਲਾਲ ਕਿਤੇ ਨੀਲਾ ਹੋਇਆ, ਅਤੇ ਹਾਲਾਂਕਿ ਟਰੰਪ ਵੀ ਬਹੁਤ ਸਾਰੀਆਂ ਸਟੇਟਾਂ 'ਚੋਂ ਅੱਗੇ ਆ, ਉਹਦੀ ਜ਼ਿਆਦਾ ਲੱਗ ਰਹੀ ਹੈ ਦੇਖਣ ਨੂੰ। ਪਰ ਉਹ ਇਹੋ ਜਿਹੀਆਂ ਸਟੇਟਾਂ ਨੇ ਜਿੱਥੇ ਡੈਲੀਗੇਟ ਮੁਕਾਬਲਤਨ ਘੱਟ ਨੇ, ਮਤਲਬ ਉਸ ਪੱਧਰ ਦੇ ਉੱਤੇ ਨਹੀਂ ਆ ਰਹੇ। ਇਸ ਕਰਕੇ ਇਹ ਇੱਕ ਪ੍ਰੋਸੈਸ ਹੈ। ਦੂਜਾ ਪ੍ਰੋਸੈਸ ਇਹ ਵੀ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਲਈ ਚੋਣ ਇਸ ਕਰਕੇ ਵੀ ਇੰਟਰਸਟਿੰਗ ਹੈ ਕਿ ਉੱਥੇ ਪਹਿਲਾਂ ਹੀ ਪ੍ਰਾਇਮਰੀਜ਼ ਕਹਿੰਦੇ ਨੇ ਉਹ ਸਟਾਰਟ ਹੋ ਜਾਂਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਪਹਿਲਾਂ ਆਪਣੀ ਪਾਰਟੀ ਦੇ ਅੰਦਰ ਉਮੀਦਵਾਰ ਬਣਨ ਲਈ ਲੜਾਈ ਲੜਨੀ ਪੈਂਦੀ ਹੈ। ਪਾਰਟੀਆਂ ਦੇ ਵਿੱਚ ਵੋਟਾਂ ਪੈਂਦੀਆਂ ਨੇ, ਔਰ ਉਹ ਵੋਟਾਂ ਪੈ ਕੇ ਉਦੋਂ ਬਾਅਦ ਉਹ ਆਪਣਾ ਏਜੰਡਾ ਵੀ ਦੱਸਦੇ ਨੇ ਇੰਡੀਵਿਜੂਅਲ। ਫਿਰ ਪਾਰਟੀ 'ਚੋਂ ਬਹੁਮਤ ਜਿਹਨੂੰ ਮਿਲਦਾ, ਉਹ ਕੋਸ਼ਿਸ਼ ਹੁੰਦੀ ਹੈ ਕਿ ਇਹ ਉਮੀਦਵਾਰ ਸਾਡਾ ਬਣੇਗਾ ਕਿਸੇ ਵੀ ਰੂਪ ਦੇ ਵਿੱਚ। ਔਰ ਸਾਡੇ ਵਾਂਗ ਐ ਨਹੀਂ ਹੈ ਕਿ ਉੱਪਰੋਂ ਪਾਰਟੀ ਹਾਈਕਮਾਨ ਆਈ, ਉਹਨੇ ਇੱਕ ਬੰਦਾ ਟਿਕਤਾ ਅਤੇ ਉਹ ਆਪਣੇ ਆਪ ਉਮੀਦਵਾਰ ਬਣ ਗਿਆ। ਇਹਦਾ ਮਤਲਬ ਉਹ ਇੱਕ ਪਹਿਲਾਂ ਹੀ ਕੋਰਸ ਸਟਾਰਟ ਹੋ ਜਾਂਦਾ, ਇੱਕ ਟ੍ਰੇਨਿੰਗ ਹੋ ਜਾਂਦੀ ਹੈ। ਸਾਰਾ ਕੰਟਰੀ 1.5-2 ਸਾਲ ਤੋਂ ਹੀ ਮਤਲਬ ਪ੍ਰੋਸੈਸ 'ਚ ਜੁਟ ਜਾਂਦਾ ਇੱਕ ਲੈਵਲ ਦਾ, ਸਾਰੀਆਂ ਚੀਜ਼ਾਂ ਬਣ ਕੇ। ਇੱਕ ਹੋਰ ਵੱਖਰੀ ਗੱਲ ਹੈ ਇਸ ਸਾਰੇ ਪ੍ਰੋਸੈਸ ਦੀ ਕਿ ਸਾਡੇ ਵੱਲ ਨਾ ਤਾਂ ਉੱਥੇ ਚੋਣ ਕਮਿਸ਼ਨ ਹੈ, ਅਤੇ ਚੋਣ ਕਮਿਸ਼ਨ ਨਾ ਹੋਣ ਦੇ ਕਰਕੇ ਇਸ ਲਈ ਕੋਈ ਵੋਟਾਂ ਦੀ ਰਜਿਸਟ੍ਰੇਸ਼ਨ ਕਰਾਊ, ਕੋਈ ਜ਼ੋਰ ਲਾਊ, ਕੋਈ ਇੰਡੀਪੈਂਡੈਂਟ ਪ੍ਰਬੰਧ ਕਰੂ, ਇਹੋ ਜਿਹਾ ਕੁਝ ਨਹੀਂ। ਹਰ ਸਟੇਟ ਦਾ ਆਪਣਾ ਇੱਕ ਮੈਕੈਨਿਜ਼ਮ ਹੈ ਵੋਟਾਂ ਦੇ ਵਿੱਚ ਵੀ, ਅਤੇ ਸਟੇਟ ਨੇ ਹੀ ਆਪਣੇ ਤਰੀਕੇ ਨਾਲ ਗੱਲ ਕਰਨੀ ਹੈ। ਵੋਟਰ ਰਜਿਸਟਰਡ ਹੁੰਦੇ ਨੇ, ਆਪਣੇ ਆਪ ਹੁੰਦੇ ਨੇ,
ਤੇ ਜਿੰਨੀਆਂ ਵੋਟਾਂ ਬਣ ਗਈਆਂ ਕਿੰਨੇ ਰਹਿ ਵੀ ਜਾਂਦੇ ਨੇ। ਉਹਦਾ ਇੱਕ ਨੁਕਸ ਵੀ ਇਹ ਕੱਢਿਆ ਜਾਂਦਾ ਕਿ ਜਿਹੜੇ ਗਰੀਬ ਜਾਂ ਦੂਰ ਲੋਕ ਨੇ, ਖਾਸ ਤੌਰ ਤੇ ਨਸਲ ਦੇ ਤੌਰ ਤੇ ਜੇ ਗੱਲ ਕਰੀਏ, ਜਿਹੜੀ ਕਾਲੀ ਰੇਸ ਹੈ, ਨਸਲ ਹੈ, ਉੱਥੇ ਉਹ ਵੋਟਾਂ ਤੋਂ ਜ਼ਿਆਦਾ ਰਹਿ ਜਾਂਦੀ ਹੈ ਕਿਉਂਕਿ ਉਹ ਦੂਰ ਹੈ, ਸਿਸਟਮ 'ਚ ਵੀ ਉਹਨਾਂ ਇਨਵੋਲਵ ਨਹੀਂ ਹੈ, ਉਹਨਾਂ ਦਾ ਰੋਲ ਉਹਨਾਂ ਨਹੀਂ ਬਚਿਆ ਉਸ ਪੱਧਰ ਦੇ ਉੱਤੇ। ਪਰ ਹਰ ਬੰਦੇ ਤੇ ਸਹਾਰੇ ਹੈ ਕਿ ਉਹ ਆਪ ਕੌਂਸ਼ੀਅਸ ਹੋਵੇ, ਆਪਣੀ ਵੋਟ ਬਣਾਵੇ ਤੇ ਉਸ ਤਰੀਕੇ ਦੇ ਨਾਲ ਚੱਲੇ ਹਰ ਸੂਬੇ ਦਾ। ਔਰ ਇਸੇ ਕਰਕੇ ਇਹ ਸੂਬਿਆਂ ਦਾ ਜਿਹੜਾ ਇੱਕ ਸੈਟਅਪ ਹੈ ਉਹ ਫੈਡਰਲ ਸਟਰਕਚਰ ਉਸ ਲੈਵਲ ਤੇ ਹੈ ਕਿ ਨੈਸ਼ਨਲ ਲੈਵਲ ਦੀ ਕੋਈ ਏਜੰਸੀ ਨਹੀਂ ਇਹਨਾਂ ਚੀਜ਼ਾਂ ਨੂੰ ਤੈਅ ਕਰਦੀ। ਇਹਨਾਂ ਚੀਜ਼ਾਂ ਨੂੰ ਤੈਅ ਹਰ ਸੂਬੇ ਦੀ ਆਪਣਾ ਤਰੀਕਾਕਾਰ ਕਰਦਾ ਹੈ। ਉਹਦੇ ਵੋਟਰਾਂ ਨੇ ਵੋਟ ਪਾਉਣੀ ਆ, ਉਹਨੇ ਆਪਣਾ ਇੱਕ ਸਿਸਟਮ ਉਸ ਟਾਈਪ ਦਾ ਖੜਾ ਕਰਨਾ ਹੈ। ਇਹ ਬੁਨਿਆਦੀ ਗੱਲ ਹੈ। ਇਹ ਕੁਝ ਫਰਕ ਨੇ ਚੋਣ ਪ੍ਰਣਾਲੀ ਦੇ ਬਾਕੀ ਸਾਰੀਆਂ ਗੱਲਾਂ ਦੇ ਵਿੱਚੋਂ, ਬਾਕੀ ਦੇ ਸਿਸਟਮ ਦੇ ਵਿੱਚੋਂ। ਔਰ ਇਸੇ ਕਰਕੇ ਇਹ ਹੈ ਕਿ ਕਈ ਵਾਰ ਉੱਥੇ ਰੌਲੇ ਵੀ ਪੈਂਦੇ ਨੇ ਇਸ ਟਾਈਪ ਦੇ ਕਿ ਪਾਪੂਲਰ ਵੋਟ ਅਲੱਗ ਹੈ ਜੀ, ਇਹ ਸਿਸਟਮ 'ਚ ਸੁਧਾਰ ਹੋਣਾ ਚਾਹੀਦਾ, ਜਿੱਧਰ ਬਹੁਗਿਣਤੀ ਲੋਕ ਵੋਟ ਪਾਉਂਦੇ ਨੇ ਉੱਧਰ ਦੇਣਾ ਚਾਹੀਦਾ। ਉਹ ਹਰ ਦੇਸ਼ ਦੀ ਤਰ੍ਹਾਂ ਮਤਲਬ ਪਰਫੈਕਟ ਕੋਈ ਸਿਸਟਮ ਨਹੀਂ ਹੁੰਦਾ, ਉਹਦੇ 'ਚ ਵੀ ਆਪਣੇ ਲੈਵਲ ਦੇ ਨੁਕਸ ਕੁਛ ਹੈਗੇ ਨੇ। ਪਰ ਇਹ ਮਤਲਬ ਜੇਕਰ ਅਸੀਂ ਅੰਡਰਸਟੈਂਡ ਕਰਨਾ ਹੋਵੇ, ਸਾਡੇ ਸਮਝ 'ਚ ਆਉਣਾ ਹੋਵੇ ਜਿਹੜਾ ਚੀਜ਼ਾਂ ਨੇ ਇਸ ਸਿਸਟਮ ਦੇ ਵਿੱਚ, ਇਹ ਪ੍ਰਕਿਰਿਆ ਹੈ ਜਿਹੜੀ ਉੱਥੇ ਹੁਣ ਚੱਲ ਰਹੀ ਹੈ। ਤੇ ਹੁਣ ਉਹ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਬੈਲਟ ਪੇਪਰਾਂ ਜਿਹੜਾ ਪੋਸਟ ਦੇ ਤਰੀਕੇ ਦੇ ਨਾਲ ਵੋਟਾਂ ਭੇਜੀਆਂ ਨੇ, ਉਹਦੀ ਗਿਣਤੀ ਅਲੱਗ ਹੋਣੀ ਹੈ, ਜਿਹਦੇ 'ਚ ਟਰੰਪ ਹੁਣ ਕਹਿ ਰਿਹਾ ਕਿ ਉਹ ਚੋਰੀ ਮਤਲਬ ਚੋਰੀ ਕਰਕੇ ਜੇ ਵੱਧ ਤੁਸੀਂ ਉਸੇ ਤੇ ਗੱਲ ਆਉਣੀ ਸੀ। ਸਿਮਿਲਰਲੀ ਦੇਖਿਆ ਜਾਵੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਿਨਾਂ 'ਚ ਬਿਹਾਰ ਸੂਬੇ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ। ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕਦੇ ਇਲੈਕਸ਼ਨ ਹੁੰਦੀ ਸੀ, ਬਿਹਾਰ ਦੇ ਵਿੱਚ ਦੰਗੇ ਹੁੰਦੇ ਸੀ। ਇਸ ਵਾਰ ਬਿਹਾਰ ਦੇ ਵਿੱਚ ਪੀਸਫੁਲ ਚੋਣਾਂ ਹੋ ਰਹੀਆਂ ਨੇ ਤੇ ਅਮਰੀਕਾ ਦੇ ਵਿੱਚ ਦੰਗਿਆਂ ਦਾ ਖਤਰਾ ਖੜਾ ਹੋਇਆ ਪਿਆ। ਅੱਜ ਸਵੇਰੇ ਅਮਰੀਕਾ ਦੇ ਵਿੱਚ ਰਾਤ ਸੀ ਤਾਂ ਡੋਨਲਡ ਟਰੰਪ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਨੇ, ਉਹ ਨੇਸ਼ਨ ਨੂੰ ਐਡਰੈਸ ਕਰਨ ਲੱਗੇ ਜਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ। ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਤਾਂ ਉੱਥੇ ਟੈਲੀਵਿਜ਼ਨ ਚੈਨਲਾਂ ਨੇ ਜਿਹੜੇ ਉੱਥੋਂ ਦੇ ਮੇਨ ਸੀ, ਉਹਨਾਂ ਨੇ ਉਹਦਾ ਲਾਈਵ ਕੱਟਤਾ। ਉਹਨਾਂ ਨੇ ਕਿਹਾ ਵੀ ਹੇਰਾਫੇਰੀ ਹੋ ਰਹੀ ਹੈ। ਉਹ ਇੱਕ ਦੋ ਸਟੇਟਾਂ ਦੇ ਗਿਣਤੀ ਰੁਕਵਾਉਣ ਲਈ ਕੋਰਟ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ, ਜਿੱਥੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਹ ਖਾਰਜ ਹੋ ਗਈ। ਜਿਹੜਾ ਇਸ ਨੂੰ ਤੁਸੀਂ ਕਿਸ ਐਂਗਲ ਤੋਂ ਲੈਂਦੇ ਹੋ ਵੀ ਉੱਥੇ ਮੀਡੀਆ ਨੇ ਜੋ ਉੱਥੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਤੇ ਕੋਰਟ ਨੇ ਇੱਕ ਪ੍ਰੈਜ਼ੀਡੈਂਟ ਦੀ ਅਰਜ਼ੀ ਰੱਦ ਕਰ ਦਿੱਤੀ ਤੇ ਪ੍ਰੈਜ਼ੀਡੈਂਟ ਜਿਹੜਾ ਉਹ ਹੇਰਾਫੇਰੀ ਦੇ ਦੋਸ਼ ਲਾ ਰਿਹਾ। ਅਸਲ ਦੇ ਵਿੱਚ ਜੇ ਭਾਰਤ ਤੇ ਅਮਰੀਕਾ ਨੂੰ ਜੋੜ ਕੇ ਦੇਖੀਏ ਤਾਂ ਸ਼ੁਰੂ ਤੋਂ ਟਰੰਪ ਤੇ ਨਰਿੰਦਰ ਮੋਦੀ ਦੀ ਸੁਭਾਅ ਇੱਕੋ ਜਿਹਾ ਲੱਗਦਾ। ਮਤਲਬ ਮੀਡੀਆ ਨਾਲ ਟੱਕਰ ਉਹਦੀ ਸ਼ੁਰੂ ਤੋਂ ਰਹੀ ਹੈ। ਸਾਡਾ ਬਹੁਤਾ ਮੀਡੀਆ ਸਰੈਂਡਰ ਕਰ ਗਿਆ ਕਿਉਂਕਿ ਸਾਡੇ ਮੈਕੈਨਿਜ਼ਮ ਹੋਰ ਹੈ। ਸਾਡੇ ਕਾਰਪੋਰੇਟ ਦੀ ਮਾਲਕੀ, ਕਾਰਪੋਰੇਟ ਦੀ ਅੱਗੇ ਉਹਨੂੰ ਸੰਚਾਲਨ ਕਰਨ ਦਾ ਤਰੀਕਾ, ਉਹਦੇ ਟਰਾਂਸਮਿਸ਼ਨ ਤੱਕ ਦਾ ਤਰੀਕਾ ਸਾਡੇ ਮੋਨੋਪੋਲੀ ਬਣ ਜਾਂਦੀ ਹੈ। ਲਾਅ ਦੇ ਵਿੱਚ ਉਹ ਚੀਜ਼ਾਂ ਵੰਡੀਆਂ ਨਹੀਂ ਹੋਈਆਂ। ਦੂਜੀ ਗੱਲ, ਰੂਲ ਆਫ ਲਾਅ ਵੀ ਸਾਡੇ ਘੱਟ ਆਪਰੇਟ ਹੁੰਦਾ, ਮਤਲਬ ਕਾਨੂੰਨ ਦਾ ਰਾਜ ਉਸ ਲੈਵਲ ਦਾ ਹੁੰਦਾ ਵੀ ਨਹੀਂ ਹੈ। ਔਰ ਇਸੇ ਕਰਕੇ ਟਰੰਪ ਨੇ ਵੀ ਕਦੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਪ੍ਰਧਾਨ ਮੰਤਰੀ ਵੀ ਮਨ ਕੀ ਬਾਤ ਹੀ ਕਰਦੇ ਨੇ, ਮਤਲਬ ਉਹਨਾਂ ਨੇ ਵੀ ਕਦੇ ਮੀਡੀਆ ਨਾਲ ਐਵੇਂ ਕਨਫਰੰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਪਹਿਲਾਂ ਟਰੰਪ ਬਣਿਆ, ਪਹਿਲੀ ਵਾਰ ਵਾਈਟ ਹਾਊਸ ਉਹਨੇ ਪੱਤਰਕਾਰ ਸੱਦੇ ਸੀਗੇ, ਉਦੋਂ ਵੀ ਇੱਕ ਪੱਤਰਕਾਰ ਨਾਲ ਸਿੱਧਾ ਰੌਲਾ ਪਿਆ, ਤੂੰ ਮੈਂ ਤੱਕ ਚਲੀ ਗਈ ਗੱਲ, ਤੇ ਉਹ ਤੁਸੀਂ ਉਹ ਨਹੀਂ ਕਹਿੰਦੇ। ਇਸ ਲਈ ਉਸ ਮੀਡੀਆ 'ਚ ਅਜੇ ਸਵਾਲ ਪੁੱਛਣ ਦੀ ਤੇ ਆਪਣੀ ਡਿਗਨਿਟੀ ਬਣਾਏ ਰੱਖਣ ਦੀ ਤੇ ਸੰਸਥਾਵਾਂ ਦੇ ਤੌਰ ਤੇ ਮੈਨੇਜਮੈਂਟਾਂ 'ਚ ਬਹੁਤ ਮਜ਼ਬੂਤੀ ਹੈਗੀ ਹੈ, ਜਿਹਦੇ ਕਰਕੇ ਇੱਕ ਚੈਲੰਜ ਹੁੰਦਾ ਹੈ ਕਿ ਹਾਂ ਇਸ ਲੈਵਲ ਤੇ ਅਸੀਂ ਗੱਲ ਕਰਨੀ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਬੇਸਲੈਸ ਗੱਲਾਂ ਨੇ, ਬਿਨਾਂ ਕਿਸੇ ਆਧਾਰ ਦੇ, ਬਿਨਾਂ ਕਿਸੇ ਤੱਥਾਂ ਤੋਂ ਤੁਸੀਂ ਇਹ ਗੱਲ ਕਰ ਰਹੇ ਹੋ, ਤੇ ਸਾਡੇ ਸਵਾਲ ਦਾ ਜਵਾਬ ਦੇਣਾ ਪਊ ਕਿ ਚੋਰੀ ਹੋ ਗਈਆਂ ਵੋਟਾਂ, ਧੱਕੇ ਨਾਲ ਜਿਤਾਇਆ ਜਾ ਰਿਹਾ। ਪ੍ਰੈਜ਼ੀਡੈਂਟ ਤੁਸੀਂ ਹੋ ਕੰਟਰੀ ਦੇ ਹੁਣ ਪ੍ਰੈਕਟੀਕਲੀ, ਨਾ ਕਿ ਕੋਈ ਹੋਰ ਹੈ। ਬਾਈਡਨ ਥੋੜੀ ਪ੍ਰੈਜ਼ੀਡੈਂਟ ਹੈ ਜਾਂ ਕੋਈ ਦੂਜੀ ਪਾਰਟੀ ਥੋੜੀ ਹੈ। ਤੇ ਇਹਦਾ ਆਧਾਰ ਕੀ ਹੈ? ਆਧਾਰ ਕੋਈ ਹੈ ਨਹੀਂ। ਇਸ ਕਰਕੇ ਉਹਨਾਂ ਨੇ ਕੋਰਟ 'ਚੋਂ ਵੀ ਜਦੋਂ ਇੱਕ ਪ੍ਰੈਜ਼ੀਡੈਂਟ ਦੀ ਜਿਹੜੀ ਹੈ ਪਟੀਸ਼ਨ ਖਾਰਜ ਹੁੰਦੀ ਹੈ, ਉੱਥੇ ਵੀ ਇਹੀ ਜੋ ਆਪਾਂ ਟੀਵੀ ਤੇ ਡਿਬੇਟਸ ਦੇ ਵਿੱਚ ਗੱਲ ਸੁਣਦੇ ਹਾਂ ਵੀ ਉੱਥੇ ਕੋਈ ਐਵੀਡੈਂਸ ਨਹੀਂ ਠੋਸ ਦਿੱਤੀ ਗਈ ਪ੍ਰੈਜ਼ੀਡੈਂਟ ਵੱਲੋਂ। ਪਰ ਇੱਕ ਪ੍ਰੈਜ਼ੀਡੈਂਟ ਦੇ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਬੰਦੇ ਦੀ ਆਪਣੀ ਇੱਕ ਮਰਜ਼ਾਦਾ ਹੁੰਦੀ ਹੈ, ਇੱਕ ਰੁਤਬਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਰੁਤਬਿਆਂ ਤੇ ਬੈਠੇ ਬੰਦੇ ਨੂੰ ਝੂਠ ਬੋਲਣਾ ਜਾਂ ਬਿਨਾਂ ਤੱਥਾਂ ਸਬੂਤਾਂ ਤੋਂ ਗੱਲ ਕਰਨੀ, ਇਹਦੇ ਨਾਲ ਕਿੰਨਾ ਕੁ ਜਿਹੜਾ ਸੰਸਥਾਵਾਂ ਦੇ ਨੂੰ ਤੁਸੀਂ ਕਿਸ ਤਰ੍ਹਾਂ ਐਂਗਲ ਤੋਂ ਦੇਖਦੇ ਹੋ? ਨਾ ਕੇਵਲ ਸੰਸਥਾਵਾਂ ਦੇ, ਇਹਦੇ ਨਾਲ ਓਵਰਆਲ ਇੱਕ ਅਖਲਾਕੀ ਗਿਰਾਵਟ ਆਉਂਦੀ ਹੈ। ਬੰਦੇ 'ਚ ਤਾਂ ਆਉਂਦੀ ਹੋਏ ਤਾਂ ਸਮਾਜ 'ਚ ਆ ਜਾਂਦੀ ਹੈ, ਕਿਉਂਕਿ ਸਮਾਜ ਉਹਨਾਂ ਲੀਡਰਾਂ ਨੂੰ ਫੋਲੋ ਕਰਦਾ ਹੈ। ਜਿਹੜੇ ਬੰਦੇ ਉੱਚੀਆਂ ਪਦਵੀਆਂ ਤੇ ਹੁੰਦੇ ਨੇ, ਕਿਸੇ ਸਿਸਟਮ 'ਚ ਜਾਂਦੇ ਨੇ, ਇਹ ਮੰਨ ਲਿਆ ਜਾਂਦਾ ਕਿ ਨਹੀਂ, ਇਹਨੂੰ ਤਾਂ ਗੁਰੇਜ਼ ਕਰਨਾ ਚਾਹੀਦਾ ਇਸ ਗੱਲ ਤੋਂ। ਸਾਡੇ ਵੀ ਕਿੰਨੇ ਵਾਰ ਪ੍ਰਧਾਨ ਮੰਤਰੀ ਦੀਆਂ ਗੱਲਾਂ ਲੋਕਾਂ ਨੇ ਕਈਆਂ ਹੋਈਆਂ ਨੂੰ ਕਾਊਂਟਰ ਕੀਤਾ ਕਿ ਆਹ ਹਕੀਕਤ ਹੈ, ਪ੍ਰਧਾਨ ਮੰਤਰੀ ਨੇ ਆਹ ਬੋਲਿਆ, ਹਕੀਕਤ ਹੈ, ਇਹ ਬੋਲਿਆ। ਐਵੇਂ ਹੀ ਟਰੰਪ ਨਾਲ ਤਾਂ ਬਹੁਤ ਵਾਰ ਇਹ ਚੀਜ਼ਾਂ ਹੋ ਗਈਆਂ ਨੇ। ਔਰ ਪਰ ਸਵਾਲ ਇਹ ਹੁੰਦਾ ਕਿ ਜਮਹੂਰੀਅਤ ਜਿਹੜੀ ਹੈ,
ਇਕੱਲੇ ਇੱਕ ਲੀਡਰ ਜਾਂ ਇੱਕ ਪਾਰਟੀ ਜਾਂ ਇੱਕ ਗਰੁੱਪ ਨਾਲ ਨਹੀਂ ਚੱਲਦੀ। ਤੇ ਉਸ ਕਰਕੇ ਇਹ ਜ਼ਰੂਰੀ ਹੈ ਕਿ ਸੰਸਥਾਵਾਂ ਜਿਹੜੀਆਂ ਨੇ, ਅਮਰੀਕਾ ਦੇ ਵਿੱਚ ਇੱਕੋ ਹੀ ਫਰਕ ਹੈ ਸਾਡੇ ਨਾਲੋਂ, ਕਿ ਉੱਥੇ ਸੰਸਥਾਵਾਂ ਬੜੀਆਂ ਮਜ਼ਬੂਤੀ ਨਾਲ ਜਮਹੂਰੀਅਤ ਦੇ ਥੰਮ ਬਣ ਕੇ ਅਜੇ ਖੜੀਆਂ ਨੇ। ਔਰ ਪਿੱਛੇ ਜੇ ਜਦੋਂ ਕਰੋਨਾ ਦੇ ਦੌਰਾਨ ਕਾਲਿਆਂ ਦੇ ਵੇਲੇ ਜਦੋਂ ਪੁਲਿਸ ਨਾਲ ਰੌਲਾ ਪਿਆ ਤੇ ਇੱਕ ਗੋਡਾ ਧਰ ਕੇ ਇੱਕ ਪੁਲਿਸ ਵਾਲਿਆਂ ਨੇ ਮਾਰਤਾ ਸੀ, ਜਿਹੜਾ ਐਡਾ ਵੱਡਾ ਵਿਰੋਧ ਹੋਇਆ, ਉਹਦੇ 'ਚ ਇੱਕ ਸਟੇਟ ਦਾ ਇੱਕ ਪੁਲਿਸ ਕਮਿਸ਼ਨਰ ਇਸ ਹੱਦ ਤੱਕ ਚਲਾ ਗਿਆ ਕਹਿਣ ਦੇ ਲਈ ਰਾਸ਼ਟਰਪਤੀ ਨੂੰ ਕਿ ਜੇ ਚੰਗਾ ਨਹੀਂ ਬੋਲਣਾ ਆਉਂਦਾ, ਤਮੀਜ਼ ਨਹੀਂ ਹੈ ਬੋਲਣ ਦੀ, ਘੱਟੋ ਘੱਟ ਆਪਣਾ ਮੂੰਹ ਬੰਦ ਰੱਖੋ। ਜ਼ੁਬਾਨ ਤੇ ਕੰਟਰੋਲ ਰੱਖੋ। ਹਾਂ, ਮੂੰਹ ਬੰਦ ਰੱਖੋ, ਸਿੱਧੀ ਪੰਜਾਬੀ 'ਚ ਇਹ ਮੈਂ ਸ਼ਬਦਾਵਲੀ ਹੈ। ਇਸੇ ਇਸ਼ੂ ਤੇ ਗੱਲ ਕਰਨੀ ਸੀ ਵੀ ਜਿਵੇਂ ਜਿਸ ਤਰ੍ਹਾਂ ਦੀ ਆਪਾਂ ਕਹਿ ਲਈਏ ਪੋਲਰਾਈਜੇਸ਼ਨ ਕਹਿ ਲਈਏ, ਜਿਸ ਤਰ੍ਹਾਂ ਦਾ ਧਰੂਵੀਕਰਨ ਹੈ ਹਿੰਦੁਸਤਾਨ 'ਚ ਵੀ ਹੁੰਦਾ ਹੈ, ਜਾਤੀ ਆਧਾਰਿਤ ਪੋਲਰਾਈਜੇਸ਼ਨ ਹੁੰਦੀ ਹੈ, ਜਿਹਦੇ ਸਿਰ ਤੇ ਜਿਹੜੀ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਇਹ ਦੋਸ਼ ਲੱਗਦੇ ਨੇ। ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਚੁਣੇ ਜਾਂਦੇ ਨੇ ਪਹਿਲੀ ਵਾਰੀ, ਤਾਂ ਉਦੋਂ ਇੱਕ ਦੁਨੀਆ ਪੱਧਰ ਤੇ ਮੈਸੇਜ ਗਿਆ ਸੀ ਵੀ ਅਮਰੀਕਾ ਦੇ ਲੋਕਾਂ ਨੇ ਇੱਕ ਐਗਜ਼ਾਮਪਲ ਸੈੱਟ ਕਰਤੀ, ਜਿੱਥੇ ਗੋਰਿਆਂ ਦੀ ਬਹੁ ਗਿਣਤੀ 'ਚ ਇੱਕ ਗੈਰ ਗੋਰਾ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਚੁਣ ਲਿਆ। ਇੱਕ ਵਾਰੀ ਨਹੀਂ, ਦੂਜੀ ਵਾਰੀ ਵੀ ਉਹ ਪ੍ਰੈਜ਼ੀਡੈਂਟ ਚੁਣੇ ਗਏ ਨੇ। ਜਦੋਂ ਤੋਂ ਟਰੰਪ ਆਏ ਨੇਗੇ, ਉਦੋਂ ਤੋਂ ਜਿਹੜਾ ਹੈ ਧਰੂਵੀਕਰਨ, ਜਿਹੜੀ ਪੋਲਰਾਈਜੇਸ਼ਨ ਬਹੁਤ ਹੋਈ। ਗੋਰੇ ਇੱਕ ਪਾਸੇ ਨੇ, ਕਾਲੇ ਤੇ ਏਸ਼ੀਅਨ ਜਿਹੜੇ ਨੇ ਉਹ ਇੱਕ ਪਾਸੇ ਨੇ। ਜਿਹੜਾ ਉੱਥੇ ਡਿਵੀਜ਼ਨ ਹੋਈ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਮੈਨੂੰ ਇਹ ਲੱਗਦਾ ਕਿ ਇੱਕ ਸਮੇਂ ਤੱਕ ਅਮਰੀਕਾ ਨੇ ਆਪਣੇ ਆਪ ਨੂੰ ਵੀ ਉਸ ਤਰ੍ਹਾਂ ਮੋਲਡ ਕੀਤਾ ਸੀ ਤੇ ਇੱਕ ਉਹ ਗਲੋਬਲ ਲੀਡਰ ਬਣ ਕੇ ਚੱਲਣ ਦੀ ਗੱਲ ਕਰਦਾ ਸੀ ਕਿ ਮੈਂ ਦੁਨੀਆ ਦਾ ਨੇਤਾ, ਦੁਨੀਆ ਨੂੰ ਅਗਵਾਈ ਦੇ ਰਿਹਾ। ਤੇ ਉਸ ਲਗਾਤਾਰ ਇੱਕ ਪ੍ਰਕਿਰਿਆ ਦੇ ਵਿੱਚੋਂ ਅਮਰੀਕਾ ਨਾ ਆਪਣੀ ਅਰਥ ਵਿਵਸਥਾ ਨੂੰ ਮੁੜ ਕੇ ਪੈਰਾਂ ਸਿਰ ਖੜਾ ਕਰ ਸਕਿਆ। 2008 ਤੋਂ ਹੀ ਲੈ ਕੇ ਲਗਾਤਾਰ ਇੱਕ ਕ੍ਰਾਈਸਿਸ ਜਿਹੜਾ ਸੰਕਟ ਚੱਲ ਰਿਹਾ ਤੇ ਉਹ ਸੰਕਟ ਕਿਸੇ ਨਾ ਕਿਸੇ ਰੂਪ 'ਚ ਹੱਲ ਨਹੀਂ ਹੋਇਆ। ਤੇ ਇਸ ਕਰਕੇ ਜਿਹੜਾ ਇੱਕ ਗਲੋਬਲਾਈਜੇਸ਼ਨ ਦਾ ਟ੍ਰੈਂਡ ਸੀ, ਐਂ ਲੱਗਦਾ ਕਿ ਉਹ ਚਰਮ ਤੇ ਪਹੁੰਚ ਗਿਆ। ਹੁਣ ਉਹ ਵਾਪਸ ਮੁੜ ਰਿਹਾ ਟ੍ਰੈਂਡ ਹੈ, ਕੱਲਾ ਟਰੰਪ ਦਾ ਨਹੀਂ, ਦੁਨੀਆ 'ਚ ਹੀ ਵਾਪਸ ਮੁੜ ਰਿਹਾ ਟ੍ਰੈਂਡ ਹੈ ਇੱਕ ਤਰ੍ਹਾਂ। ਜੇ ਸਾਡੇ ਵੀ ਬੀਜੇਪੀ ਦਾ ਉਭਾਰ ਦੇਖੀਏ, ਜੇ ਉੱਥੇ ਵੀ ਦੇਖੀਏ, ਇੱਕ ਜਨਰਲ ਫਨੋਮਨਾ ਹੈ। ਔਰ ਇਸੇ ਕਰਕੇ ਹੁਣ ਜਦੋਂ ਟਰੰਪ ਦਾ ਦੌਰ ਆਇਆ, ਉਹ ਕੱਲ੍ਹ ਹੀ, ਅਜੇ ਪਰਸੋਂ ਦੀ ਖਬਰ ਹੈ, ਐਲਾਨ ਤਾਂ ਪਹਿਲਾਂ ਕਰਤਾ ਸੀ, ਜਿਹੜਾ ਵਾਤਾਵਰਨਕ ਸੰਕਟ ਦਾ ਦੁਨੀਆ ਦੇ ਵਿੱਚ 1992 ਤੋਂ ਰੀਓ ਡੀ ਜਨੇਰੀਓ ਤੋਂ ਇੱਕ ਸਮਝੌਤਾ ਸ਼ੁਰੂ ਹੋਇਆ ਸੀ, ਪੈਰਿਸ ਦੇ ਵਿੱਚ 4 ਸਾਲ ਪਹਿਲਾਂ ਸਮਝੌਤਾ ਹੋਇਆ, ਉਹਦੇ ਤੋਂ ਬਾਹਰ ਆ ਗਿਆ ਅਮਰੀਕਾ ਕਿ ਅਸੀਂ ਨਹੀਂ ਤੁਹਾਡੇ ਨਾਲ, ਉਹ ਉਨੇ ਪੈਸੇ ਅਸੀਂ ਨਹੀਂ ਦੇਵਾਂਗੇ ਜਿੰਨੀ ਸਾਡੀ ਜ਼ਿੰਮੇਵਾਰੀ ਹੈ। ਔਰ ਇਸੇ ਤਰ੍ਹਾਂ WHO ਤੋਂ ਅਮਰੀਕਾ ਨੇ ਕਿਹਾ ਕਿ ਮੈਂ ਬਾਹਰ ਆ ਰਿਹਾ ਕਿਉਂਕਿ ਮੈਂ ਇਹਦੇ ਨਾਲ ਨਹੀਂ ਚੱਲ ਰਿਹਾ। ਇਹ ਸਾਰੀਆਂ ਚੀਜ਼ਾਂ ਇੱਕ ਗੱਲ ਦਰਸਾਉਂਦੀਆਂ ਨੇ ਕਿ ਕੀ ਇਹ ਸਵਾਲੀਆ ਨਿਸ਼ਾਨ ਲੱਗਦਾ ਕਿ ਕੀ ਅਮਰੀਕਾ ਗਲੋਬਲ ਲੀਡਰ ਹੁਣ ਨਹੀਂ ਰਹੂਗਾ। ਔਰ ਇਹ ਇਤਿਹਾਸ 'ਚ ਵੀ ਵਾਪਰਿਆ, ਗਲੋਬਲ ਲੀਡਰ ਬਦਲਦੇ ਆਏ ਨੇ। ਕਦੇ ਬਰਤਾਨੀਆ ਦਾ ਸੂਰਜ ਨਹੀਂ ਸੀ ਛਿਪਦਾ ਇਸ ਦੁਨੀਆ ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਉਹ ਇੰਨਾ ਕਮਜ਼ੋਰ ਹੋ ਗਿਆ, ਇੰਨਾ ਵੀਕ ਹੋ ਗਿਆ, ਤੇ ਅਮਰੀਕਾ ਤੇ ਸੋਵੀਅਤ ਯੂਨੀਅਨ ਦੋ ਬਲਾਕਾਂ 'ਚ ਚਲਾ ਗਿਆ, ਤੇ ਫਿਰ ਸੋਵੀਅਤ ਯੂਨੀਅਨ ਇੰਨਾ ਵੀਕ ਹੋ ਗਿਆ ਤੇ ਉਹ ਟੁੱਟ ਜਾਂਦਾ ਹੈ। ਇਸ ਵਾਰ ਜਿਹੜਾ ਚੈਲੰਜ ਦੇ ਤੌਰ ਤੇ ਚਾਈਨਾ ਉੱਭਰ ਰਿਹਾ ਇਕਨੋਮਿਕਲੀ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ, ਇਹ ਸੁਭਾਵਿਕ ਇੱਕ ਵਰਤਾਰਾ ਹੈ। ਪਰ ਗਲੋਬਲ ਲੈਵਲ ਤੇ ਇੱਕ ਐਡਾ ਵੱਡਾ ਚੈਲੰਜ ਹੈ, ਹੁਣ ਚੁਣੌਤੀ ਹੈ, ਉਹਦਾ ਹੱਲ ਅਜੇ ਕਿਸੇ ਕੋਲ ਵੀ ਨਹੀਂ, ਅਜੇ ਮੱਥਾ ਪੱਚੀ ਹੋ ਰਹੀ ਹੈ। ਇਸ ਕਰਕੇ ਉਹਨੂੰ ਸਮਝਣ ਦਾ ਜਿਹੜਾ ਸਵਾਲ ਹੈ ਕਿ ਜਿਹੜਾ ਅਮਰੀਕਾ ਹੁਣ ਗੱਲ ਕਰ ਰਿਹਾ, ਤਾਂ ਫਿਰ ਜੇ ਤੁਸੀਂ ਅੱਗੇ ਨਹੀਂ ਲਿਜਾ ਰਹੇ, ਉਮੀਦ ਲੋਕਾਂ ਦੀ ਕੋਈ ਅੱਗੇ ਨਹੀਂ ਹੈ, ਤਾਂ ਫਿਰ ਪੋਲੀਟੀਸ਼ੀਅਨ ਕੀ ਸੋਚਦਾ ਹੈ? ਉਹ ਕਹਿੰਦਾ ਮੁੜ ਕੇ ਆਪਾਂ ਪ੍ਰੋਟੈਕਸ਼ਨਿਜ਼ਮ ਤੇ ਚੱਲਦੇ ਹਾਂ। ਪ੍ਰੋਟੈਕਸ਼ਨ ਪਹਿਲਾਂ ਇਹ ਖੁੱਲੀ ਮਾਰਕੀਟ ਦੇ ਸਿਧਾਂਤ ਦੇ ਇਹ ਹਮਾਇਤੀ ਸੀ, ਸਾਰੇ ਸਭ ਕੁਝ ਖੋਲ ਦਿਓ। ਹੁਣ ਉਹ ਕਹਿੰਦਾ ਵੀ ਨਹੀਂ, ਇਮੀਗ੍ਰੇਸ਼ਨ ਪਾਲਿਸੀ ਵੀ ਬਦਲਾਂਗੇ, ਸਾਡੇ ਗੋਰਿਆਂ ਲਈ ਨੌਕਰੀ ਚਾਹੀਦੀ ਹੈ, ਦੂਜੇ ਬੰਦੇ ਬਾਹਰੋਂ ਆ ਕੇ ਨੌਕਰੀਆਂ ਇਹਨਾਂ ਦੀਆਂ ਮਾਰ ਰਹੇ ਨੇ। ਇਹ ਸਾਰਾ ਕੁਝ ਹੀ ਉਸ ਤਰੀਕੇ ਦਾ ਹੋ ਗਿਆ। ਹੁਣ ਨਸਲਵਾਦ ਇਹਦੇ 'ਚ ਉੱਭਰ ਰਹੀ ਹੈ, ਔਰ ਅਮਰੀਕਾ ਅਮਰੀਕਨਾਂ ਦਾ ਹੈ। ਇਹ ਜਿਹੜੇ ਸਲੋਗਨ ਨੇ ਸਾਰੇ, ਭਾਰਤ ਭਾਰਤੀਆਂ ਦਾ ਹੈ, ਜਾਂ ਉਹਦਾ 'ਚੋਂ ਇਸ ਤਰ੍ਹਾਂ ਨਾਲ ਤਾਂ ਕਿਉਂਕਿ ਖਾਸ ਕਰਕੇ ਜੇ ਤੁਹਾਨੂੰ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬੀ ਜਿਹੜੇ ਨੇ ਇਸ ਵੇਲੇ ਪ੍ਰਵਾਸ ਜਿਹੜਾ ਉਹ ਪੰਜਾਬ 'ਚੋਂ ਸਭ ਤੋਂ ਵੱਧ ਹੋ ਰਿਹਾ ਹੈ, ਕੈਨੇਡਾ 'ਚ ਹੋ ਰਿਹਾ ਹੈ। ਇਸ ਤਰ੍ਹਾਂ ਦੀ ਡਿਮਾਂਡ ਤਾਂ ਕਿਸੇ ਵੀ ਕੰਟਰੀ 'ਚੋਂ ਖੜੀ ਹੋ ਸਕਦੀ ਹੈ। ਬਿਲਕੁਲ, ਜੇ ਇਹ ਇਕਨੋਮੀ ਦੇ ਖੜੋਤ ਦਾ ਇਹੀ ਵਰਤਾਰਾ ਰਿਹਾ ਤਾਂ ਇਹ ਵਧੂਗੀ। ਆਸਟ੍ਰੇਲੀਆ 'ਚ ਸਟਾਰਟ ਹੋ ਗਿਆ, USA 'ਚ ਸਟਾਰਟ ਹੋ ਗਿਆ, ਕੈਨੇਡਾ ਇੱਕ ਜਿੱਥੇ ਅਜੇ ਡਿਮਾਂਡ ਆ ਰਹੀ ਹੈ, ਕਿਉਂਕਿ ਉਹਦੇ ਵੀ ਕਈ ਰੀਜਨ ਨੇ ਜਿਹਦੇ ਕਰਕੇ ਆ ਰਹੀ ਹੈ। ਬਹੁਤ ਵੱਡਾ ਲੈਂਡਸਕੇਪ ਹੈ, ਬਹੁਤ ਇੱਕ ਪਾਪੂਲੇਸ਼ਨ ਦਾ, ਉਹਨਾਂ ਦੀ ਓਰੀਜਨਲ ਪਾਪੂਲੇਸ਼ਨ ਦੇ ਵਿੱਚ ਜਿਹੜੀ ਗਰੋਥ ਹੈ ਉਹ ਬਹੁਤ ਘੱਟ ਹੈ ਮੁਕਾਬਲਤਨ, ਤੇ ਉਹ ਸਾਰੀਆਂ ਚੀਜ਼ਾਂ ਜੁੜ ਕੇ ਇੱਕ ਲੈਵਲ ਦਾ ਮਲਟੀ ਕਲਚਰਲ ਜੇਕਰ ਕੋਈ ਦੇਸ਼ ਹੈ ਥੋੜ੍ਹਾ ਜਿਹਾ ਸ਼ਾਂਤਮਈ, ਤਾਂ ਉਹ ਕੈਨੇਡਾ ਹੀ ਹਜੇ ਤੱਕ ਹੈਗਾ, ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਘਟ ਰਿਹਾ ਹੈ। ਹੁਣ 2 ਜਹਾਜ਼ ਤਾਂ ਅਮਰੀਕਾ ਨੇ ਤਾਂ ਵਾਪਸ ਭੇਜ ਹੀ ਦਿੱਤੇ, ਜਿਹੜੇ ਸਾਡੇ ਦੂਜੇ ਤਰ੍ਹਾਂ ਗਏ ਸੀ ਲੀਗਲ ਜਿਹੜੇ ਵੀ ਬੰਦੇ ਨੇ। ਹੁਣ ਸਭ ਨੇ ਮੇਰੇ ਖਿਆਲ ਇਹ ਤਰੀਕਾ ਬਣਾ ਲਿਆ ਵੀ ਬਾਹਲਾ ਲੜੋ ਨਾ, ਆਪਦੀਆਂ ਜੇਲ੍ਹਾਂ 'ਚ ਰੱਖੋ, ਉੱਥੇ ਵੀ ਖਰਚਾ ਕਰਨਾ ਪੈਂਦਾ, ਇਸ ਲਈ ਜਹਾਜ਼ ਚੜਾਓ ਤੇ ਵਾਪਸ। ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਵਰਤਾਰਾ ਵਾਪਰ ਰਿਹਾ ਮੁੜ ਮੁੜ ਕੇ। ਉਹ ਇਹ ਉਮੀਦ ਕਰ ਰਹੇ ਆ ਕਿ ਪਾਲਿਸੀਆਂ ਨੂੰ ਦੁਬਾਰਾ ਸੋਚੋ,
ਲੋਕਾਂ ਨੂੰ ਰੁਜ਼ਗਾਰ ਮਿਲੇ, ਕਿੱਥੇ ਕਿੱਥੇ ਮਿਲੇ। ਆਪਣੀ ਜਗ੍ਹਾ ਹੀ ਮਿਲ ਜੇ ਤਾਂ ਜ਼ਿਆਦਾ ਬਿਹਤਰ ਹੈ, ਜੇ ਆਪਣੀ ਜਗ੍ਹਾ ਨਹੀਂ ਮਿਲੂ ਤਾਂ ਮਾਈਗ੍ਰੇਸ਼ਨ ਹੁੰਦੀ ਹੈ। ਮਾਈਗ੍ਰੇਸ਼ਨ ਦੇ ਨਾਲ ਇਹ ਸਮੱਸਿਆਵਾਂ ਆ ਰਹੀਆਂ ਨੇ। ਲੋਕਲ ਕਹਿੰਦੇ ਨੇ ਕਿ ਸਾਡੇ ਤੇ ਡੋਮੀਨੇਟ ਕਰ ਗਏ। ਇਹ ਅਜੇ ਉਲਝਣ ਸਾਡੇ ਸਾਹਮਣੇ ਹੈ, ਇੱਕ ਵਾਤਾਵਰਨ ਦੀ ਤੇ ਇੱਕ ਰੁਜ਼ਗਾਰ ਦੀ ਜਿਹੜੀ ਵਧੂਗੀ। ਇੱਕ ਇਹ ਦੱਸੋ, ਹੁਣ ਜਿਹੜੀ ਆਪਾਂ ਅਮਰੀਕਨ ਇਲੈਕਸ਼ਨ ਦੀ ਜਿਹੜੀ ਡਿਸਕਸ਼ਨ ਕਰਦੇ ਹਾਂ, ਹਿੰਦੁਸਤਾਨ ਤੇ ਜਿਹੜੀ ਹੋਰ ਅਸੀਂ ਖਾਸ ਕਰਕੇ ਕਹਿ ਲਈਏ ਵੀ ਇਸ ਖਿੱਤੇ 'ਚ ਤੇ ਕੀ ਇੰਪੈਕਟ ਪਊਗਾ, ਖਾਸ ਕਰਕੇ ਜਦੋਂ ਤੋਂ ਅਮਰੀਕਾ ਦੇ ਸੰਬੰਧ ਵਿਗੜੇ ਨੇ ਈਰਾਨ ਨਾਲ, ਉਹਦਾ ਭਾਰਤ ਤੇ ਆਰਥਿਕ ਤੌਰ ਤੇ ਬਹੁਤ ਅਸਰ ਪਿਆ। ਈਰਾਨ ਤੋਂ ਜਿਹੜੀ ਉਹ ਗੈਸ ਪਾਈਪਲਾਈਨ ਆਉਣੀ ਸੀ, ਸਾਡਾ ਜਿਹੜਾ ਉੱਥੇ ਬਾਸਮਤੀ ਬਹੁਤ ਜਾਂਦੀ ਸੀ, ਪੰਜਾਬ ਨੂੰ ਉਹਦਾ ਬਹੁਤ ਨੁਕਸਾਨ ਹੋਇਆ। ਖਾਸ ਕਰਕੇ ਜੋ ਬਾਈਡਨ ਜੇ ਜਿੱਤਦੇ ਨੇਗੇ, ਕੋਈ ਉਹਨਾਂ ਦੀ ਫੋਰਨ ਪਾਲਿਸੀ ਦੇ ਵਿੱਚ ਤਬਦੀਲੀ ਆਊ, ਉਹਦਾ ਭਾਰਤ ਨੂੰ ਜਾਂ ਸਾਡੇ ਹੋਰ ਆਂਢ ਗੁਆਂਢ ਖਿੱਤੇ ਦੇ ਵਿੱਚ ਸ਼ਾਂਤੀ ਬਣੂਗੀ, ਉਹਦਾ ਕੋਈ ਫਾਇਦਾ ਹੋਊਗਾ? ਮੈਨੂੰ ਇਹ ਲੱਗਦਾ ਕਿ ਜਿਹੜਾ ਇੱਕ ਲੋਕਾਂ ਦਾ ਮਾਈਂਡ ਸੈੱਟ ਜਦੋਂ ਤੁਸੀਂ ਇਹੋ ਜਿਹਾ ਬਣਾ ਦਿੰਦੇ ਹੋ, ਹੁਣ ਵੀ ਤੁਸੀਂ ਦੇਖੋ ਟਰੰਪ ਨੇ ਕੁਝ ਨਹੀਂ ਕੀਤਾ, ਇੰਨਾ ਉਹਦੇ ਖਿਲਾਫ ਸੀ, ਅਜੇ ਵੀ ਉਹ ਇੰਨੀਆਂ ਵੋਟਾਂ ਲੈ ਕੇ ਸਟੈਂਡ ਕਰ ਰਿਹਾ। ਮੁਕਾਬਲਾ ਹੈ ਨਾ ਹੁਣ ਤੱਕ ਅਜੇ ਚੱਲ ਰਿਹਾ। ਇਸ ਬਾਵਜੂਦ ਇਹਦਾ ਮਤਲਬ ਉਹਨੇ ਇੱਕ ਨਸਲ ਦੇ ਦਿਮਾਗ 'ਚ ਜਚਾ ਦਿੱਤਾ ਹੋਇਆ ਹੈ ਕਿ ਅਸੀਂ ਨੰਬਰ 1, ਮਤਲਬ ਸਾਡੀ ਪ੍ਰੋਟੈਕਸ਼ਨ ਜ਼ਰੂਰੀ ਹੈ, ਬਾਕੀ ਦੀ ਕੁਝ ਰਹੇ ਜਾਂ ਨਾ ਰਹੇ। ਔਰ ਬਾਈਡਨ ਵੀ ਬਣ ਜਾਏਗਾ, ਉਹ ਇਹ ਮਾਈਂਡਸੈਟ ਛੇਤੀ ਤੋੜ ਨਹੀਂ ਸਕੇਗਾ, ਜਿਵੇਂ ਸਾਡੇ ਹਿੰਦੂਤਵ ਦਾ ਮਾਈਂਡਸੈਟ ਬਣਾਤਾ ਹੈ ਬੀਜੇਪੀ ਨੇ। ਤੇ ਇਹ ਕਾਂਗਰਸ ਜ਼ੋਰ ਲਾ ਲੇ, ਰਾਹੁਲ ਗਾਂਧੀ ਨੂੰ ਮੰਦਰ ਮੰਦਰ ਜਾਣਾ ਪੈ ਰਿਹਾ ਜਨਾਊ ਬਣ ਕੇ। ਜੇ ਕੱਲ੍ਹ ਨੂੰ ਕਾਂਗਰਸ ਵੀ ਆ ਜਾਂਦਾ, ਉਹ ਇੱਕਦਮ ਨਹੀਂ ਤੋੜ ਪਾਏਗੀ, ਇੱਕ ਪ੍ਰੋਸੈਸ ਹੁੰਦਾ। ਦੂਜੀ ਗੱਲ, ਅਜੇ ਚਾਈਨਾ ਥ੍ਰੈਟ ਹੈ ਤੇ ਭਾਰਤ ਉਹਨਾਂ ਨੂੰ ਚਾਹੀਦਾ ਹੈ ਜੇ ਦੋਸਤੀ। ਟਰੰਪ ਨੂੰ ਵੀ ਚਾਹੀਦਾ ਸੀ ਤੇ ਬਾਈਡਨ ਨੂੰ ਵੀ ਚਾਹੀਦਾ। ਇਹ ਤਾਂ ਗੱਲ ਠੀਕ ਹੈ, ਚਾਹੇ ਕੋਈ ਵੀ ਉਹ ਹੋਵੇ, ਪਰ ਕੁਐਸਚਨ ਭਾਰਤ ਦੀ ਪਾਲਿਸੀ ਤੇ ਖੜਾ ਹੁੰਦਾ ਹੈ। ਭਾਰਤ ਜਿਹੜਾ ਨਾਨ ਅਲਾਈਨ ਮੂਵਮੈਂਟ ਦੀ ਦਾਅਵੇਦਾਰ ਬਣਦਾ ਸੀ ਕਿ ਅਸੀਂ ਦੋਨਾਂ ਸੁਪਰ ਪਾਵਰ 'ਚੋਂ, ਨਾ ਸੋਵੀਅਤ ਯੂਨੀਅਨ ਨਾਲ ਨਾ ਇਹਦੇ ਨਾਲ ਕਿਸੇ ਨਾਲ ਨਹੀਂ ਰਹਾਂਗੇ, ਔਰ ਈਵਨ ਸੋਵੀਅਤ ਯੂਨੀਅਨ ਵੱਲ ਜ਼ਿਆਦਾ ਝੁਕਾਅ ਰੱਖਦਾ ਸੀ ਮੁਕਾਬਲਤਨ। ਜਦੋਂ ਅਮਰੀਕਾ ਪਾਕਿਸਤਾਨ ਦੀ ਮਦਦ ਕਰਦਾ ਸੀ ਤਾਂ ਭਾਰਤ ਦੀ ਸੋਵੀਅਤ ਯੂਨੀਅਨ ਕਰਦਾ ਸੀ। 65 ਦੀ ਲੜਾਈ, 71 ਦੀ ਲੜਾਈ, ਸਾਰਿਆਂ ਦੇ ਵਿੱਚ ਇਹ ਸਾਡੇ ਸਾਹਮਣੇ ਦਿਖਾਈ ਦਿੱਤਾ। ਅਸਲ 'ਚ ਭਾਰਤ ਅਮਰੀਕਾ ਵੱਲ ਝੁਕ ਗਿਆ। ਮੈਨੂੰ ਲੱਗਦਾ ਕਿ ਉਹਦੇ ਵੱਲ ਜ਼ਿਆਦਾ ਝੁਕਣ ਕਰਕੇ ਭਾਰਤ ਨੂੰ ਨੁਕਸਾਨ ਹੋਣਾ। ਗੁਆਂਢ ਦੇ ਵਿੱਚ ਚਾਈਨਾ ਨਾਲ ਕੰਟਰਾਡਿਕਸ਼ਨ ਵੱਧ ਰਹੀ ਹੈ। ਚਾਈਨਾ ਅੱਗੇ ਪਾਕਿਸਤਾਨ ਦੇ ਥਰੂ ਵੀ ਆਪਣੇ ਰੋਲ ਖੇਡ ਰਿਹਾ ਗੇਮ, ਤੇ ਅੱਗੇ ਨੇਪਾਲ ਨਾਲ ਸਾਡੀ ਕੰਟਰਾਡਿਕਸ਼ਨ ਵੱਧ ਰਿਹਾ। ਨੇਪਾਲ ਨੇ ਕਹਿਤਾ ਕਿ ਅਸੀਂ ਤੁਹਾਡੇ ਚੌਲ ਨਹੀਂ ਖਰੀਦਣੇ, ਬਾਕੀ ਤਾਂ ਛੱਡੋ ਉਸ ਲੈਵਲ ਦੀ। ਜਿੰਨੇ ਵੀ ਸਾਡੇ ਗੁਆਂਢੀ ਜਿਹੜੇ ਛੋਟੇ ਛੋਟੇ ਕੰਟਰੀ ਨੇ, ਚਾਹੇ ਉਹ ਸ਼੍ਰੀਲੰਕਾ ਹੈ, ਚਾਹੇ ਉਹ ਬੰਗਲਾਦੇਸ਼ ਹੈ, ਚਾਹੇ ਨੇਪਾਲ ਹੈ, ਉਹਦੇ ਨਾਲ ਚਾਈਨਾ ਦੇ ਜਿਹੜੇ ਸੰਬੰਧ ਸੁਧਰ ਰਹੇ ਨੇ। ਹਾਲਾਂਕਿ ਪਾਕਿਸਤਾਨ ਜਿਹੜਾ ਹੈ ਤੇ ਸਾਡੇ ਵਿਗੜ ਰਹੇ ਨੇ, ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ? ਸਾਡੇ ਵਿਗੜ ਰਹੇ ਨੇ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਵੀ ਬਿਗ ਬ੍ਰਦਰ ਵਾਲਾ ਥਾਟ ਆ ਗਿਆ ਜਦੋਂ ਅਸੀਂ ਕਹਿੰਦੇ ਅਸੀਂ ਸੁਪਰ ਪਾਵਰ ਬਣਾਂਗੇ। ਨੋਮ ਚੋਮਸਕੀ ਬਹੁਤ ਵੱਡੇ ਸਕਾਲਰ ਨੇ, ਜਿਹੜੇ ਪੋਲੀਟੀਕਲ ਵਿਸ਼ਲੇਸ਼ਕ ਨੇ ਅਮਰੀਕਾ ਦੇ ਹੀ, ਉਹ ਇਹ ਕਹਿੰਦੇ ਨੇ ਕਿ ਸੁਪਰ ਪਾਵਰਿਜ਼ਮ ਤੇ ਅੱਤਵਾਦ ਇੱਕੋ ਸਿੱਕੇ ਦੇ ਦੋ ਪਾਸੇ ਨੇ। ਜੇ ਅਮਰੀਕਾ ਤੇ ਲਾਉਂਦੇ ਨੇ ਕਿ ਜੇ ਤੁਸੀਂ ਇਹ ਹਉਮੈ ਨਹੀਂ ਛੱਡੀ ਕਿ ਅਸੀਂ ਸੁਪਰ ਪਾਵਰ ਆ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅੱਤਵਾਦ ਘਟਾ ਨਹੀਂ ਸਕਦੇ। ਉਹ ਕਹਿੰਦੇ ਅੱਤਵਾਦ ਤੁਸੀਂ ਗਲੋਬਲ ਬਣਾਤਾ, ਸਗੋਂ ਪਹਿਲਾਂ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸੀ। ਇਹੀ ਸਾਡੇ ਨਾਲ ਵਾਪਰ ਰਿਹਾ। ਜਿਹੜੀ ਬੀਜੇਪੀ ਸਟੈਂਡ ਲੈ ਰਹੀ ਹੈ, ਮੈਂ ਪੁਲਵਾਮਾ 'ਚ ਮਾਰ ਦੂੰ, ਮੈਂ ਫਲਾਣੇ ਜਗ੍ਹਾ ਮਾਰ ਦੂੰ, ਮੈਂ ਇੱਥੇ ਆ ਕਰ ਦੂੰ, ਫੋਰਸ ਨਾਲ ਦਬਾਉਣ ਦੇ ਜਿਹੜੇ ਤਰੀਕੇ ਨੇ ਇਨਸਾਫ ਦਿੱਤੇ ਵੇ ਨਾ, ਇਹ ਗੁਆਂਢੀਆਂ ਨਾਲ ਵੀ ਸੰਬੰਧ ਵਿਗਾੜ ਰਹੇ ਨੇ, ਅੰਦਰ ਵੀ ਟਕਰਾਅ ਪੈਦਾ ਕਰ ਰਹੇ ਨੇ। ਚਾਹੇ ਉਹ ਜੰਮੂ ਕਸ਼ਮੀਰ ਹੈ, ਹੁਣ ਪੰਜਾਬ ਨਾਲ ਹੈ, ਸਾਰੇ ਕਿਤੇ ਟਕਰਾਅ ਦੇ ਰਸਤੇ ਨੇ। ਜਿਹੜਾ ਵੀ ਮੁਲਕ ਟਕਰਾਅ ਦੇ ਰਸਤੇ ਤੇ ਚੱਲੇਗਾ ਉਹ ਵੱਡੀ ਪਾਵਰ ਨਹੀਂ ਬਣ ਸਕਦਾ ਕਦੇ। ਪਾਵਰ ਹੁਣ ਮਿਲ ਕੇ ਹੀ ਬਣ ਸਕਦਾ ਭਾਈਚਾਰਕ ਤਰੀਕੇ ਨਾਲ। ਜੇ ਤੁਹਾਡੇ ਕੋਲ ਜ਼ਿਆਦਾ ਹੈ, ਤੁਹਾਡੀ ਉਹ ਕਦਰ ਕਰਨ, ਕਦਰ ਕਰਕੇ ਤੁਸੀਂ ਵੱਡੇ ਬਣੋ ਤਾਂ ਠੀਕ ਗੱਲ ਹੈ, ਕੋਈ ਫਰਕ ਨਹੀਂ ਪੈਂਦਾ। ਅਸੀਂ ਉਸ ਪਾਲਿਸੀ ਤੋਂ ਉਲਟ ਜਾ ਰਹੇ ਹਾਂ। ਅਸਲ ਦੇ ਵਿੱਚ ਇਹੀ ਕ੍ਰਾਈਸਿਸ ਕੰਟਰੀ ਦਾ ਸਾਡੇ ਦਾ ਹੈ ਇਸ ਸਮੇਂ। ਦੋਸਤੋ, ਅਮਰੀਕਾ ਦੇ ਚੋਣ ਨਤੀਜੇ ਜਿਹੜੇ ਹੈ ਉਹ ਜਲਦੀ ਆ ਜਾਣਗੇ ਸਾਹਮਣੇ। ਵਾਈਟ ਹਾਊਸ ਤੇ ਬਾਈਡਨ ਬੈਠਣਗੇ ਜਾਂ ਟਰੰਪ, ਇਹ ਪਤਾ ਲੱਗ ਜੂ। ਵੇਲੇ ਦੀ ਗੱਲ ਦੇ ਵਿੱਚ ਕੱਲ੍ਹ ਨੂੰ ਫਿਰ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਤੁਹਾਡਾ ਧੰਨਵਾਦ।